ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਕੋਸ਼ਿਸ਼ ਹੁੰਦੀ ਹੈ ਅਹਿਮ ਔਰ ਇੰਪੋਰਟੈਂਟ ਜਾਣਕਾਰੀਆਂ ਇਸ ਚੈਨਲ ਦੇ ਥਰੂ ਤੁਹਾਨੂੰ ਪਹੁੰਚਾਈਏ। ਸੋ ਅੱਜ ਦਾ ਜਿਹੜਾ ਟੌਪਿਕ ਹੈ ਬਹੁਤ ਇੰਪੋਰਟੈਂਟ ਹੈ ਯੂਕੇ ਵਾਲੇ ਉਹਨਾਂ ਬੱਚਿਆਂ ਲਈ ਜਿਨ੍ਹਾਂ ਦੀਆਂ ਫਾਈਲਾਂ ਇਸ ਟਾਈਮ ਐਮਬੈਸੀ ਦੇ ਵਿੱਚ ਨੇ, ਪਲੱਸ ਜਿਨ੍ਹਾਂ ਦੀਆਂ ਫਾਈਲਾਂ ਆਉਣ ਵਾਲੇ ਦਿਨਾਂ 'ਚ ਜਾਣ ਵਾਲੀਆਂ ਨੇ। ਫੰਡ ਨੂੰ ਲੈ ਕੇ ਕੁਝ ਵੱਡੇ ਚੇਂਜਸ ਨੇ ਜਿਨ੍ਹਾਂ ਤੇ ਹਜੇ ਤੱਕ ਬਹੁਤਿਆਂ ਦੀ ਨਜ਼ਰ ਨਹੀਂ ਪਈ ਔਰ ਕਿਸੇ ਨੇ ਉਹਦੇ ਬਾਰੇ ਜ਼ਿਆਦਾ ਖੁੱਲ੍ਹ ਕੇ ਨਹੀਂ ਦੱਸਿਆ, ਜਾਂ ਕਹਿ ਲਓ ਕਿ ਉਹਦੇ ਵਿੱਚ ਆਪਣੇ ਉਹਨਾਂ ਦੇ ਚੋਰ ਸੀ। ਸੋ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਫੰਡ ਨੂੰ ਲੈ ਕੇ ਕੀ ਸਪੈਸ਼ਲ ਚੇਂਜਸ ਜਿਹੜੀਆਂ ਨੇ ਉਹ ਕੀਤੀਆਂ ਨੇ ਔਰ ਰਿਟਨ ਹੈ UKBA ਦਾ ਜਿਹੜਾ 115 ਪੇਜਾਂ ਦਾ ਗਾਈਡਲਾਈਨ ਆਈ ਹੈ ਉਹਦੇ ਵਿੱਚ ਡਿਫਾਈਨ ਹੈ। ਸੋ ਕੀ ਚੱਲੇਗਾ ਤੇ ਕੀ ਨਹੀਂ ਚੱਲੇਗਾ ਇਹ ਚੀਜ਼ ਨੂੰ ਧਿਆਨ ਨਾਲ ਨੋਟ ਕਰ ਲਓ। ਦੱਸਾਂਗਾ ਸਭ ਤੋਂ ਪਹਿਲਾਂ ਮੈਂ ਰਿਕੁਐਸਟ ਕਰੂੰਗਾ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਬਹੁਤ ਮਿਹਨਤ ਕਰਦੇ ਆ ਤੁਹਾਡੇ ਤੱਕ ਇਨਫੋਰਮੇਸ਼ਨਸ ਨੂੰ ਪਹੁੰਚਾਉਣ ਦੇ ਲਈ। ਸੋ ਜਿੰਨਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋਗੇ ਉਨੇ ਵੱਧ ਤੋਂ ਵੱਧ ਬੱਚਿਆਂ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੂਗੀ। ਇਹਨੂੰ ਸ਼ੇਅਰ ਕਰੋਗੇ ਤੇ ਉਹਨਾਂ ਦੇ ਹੋਰ ਵੀ ਕਈਆਂ ਦੀ ਮੁਸੀਬਤ ਟਲ ਸਕਦੀ ਹੈ, ਕਈ ਮੁਸੀਬਤ 'ਚ ਫਸਣ ਤੋਂ ਬਚ ਸਕਦੇ ਨੇ। ਸੋ ਪਲੀਜ਼ ਇਹਨੂੰ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ। ਸੋ ਅੱਜ ਦੀ ਇੰਪੋਰਟੈਂਟ ਚੀਜ਼ ਫੰਡਸ UK ਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸੂਗਾ ਕਿਹੜੇ ਫੰਡ ਨੇ ਜਿਹੜੇ ਹੁਣ ਅਸੈਪਟੇਬਲ ਨਹੀਂ ਹੈ। ਠੀਕ ਹੈ ਜੀ, ਸੋ ਕਿਹੜੇ ਫੰਡ ਨੇ ਅਸੈਪਟੇਬਲ ਉਹ ਵੀ ਦੱਸੂਗਾ, ਕਿਹੜੇ ਐਵੀਡੈਂਸ ਉਸ ਫੰਡ ਨੂੰ ਅਸੈਪਟ ਕਰਨ ਲਈ ਚਾਹੀਦੇ ਉਹ ਵੀ ਦੱਸੂਗਾ। ਸੋ 3 ਭਾਗਾਂ 'ਚ ਸ਼ੋਰ ਹੋਊਗਾ, ਥੋੜਾ ਲੰਬਾ ਜ਼ਰੂਰ ਜਾ ਸਕਦਾ ਕਿਉਂਕਿ ਇੱਥੋਂ ਪੜ੍ਹ ਕੇ ਦੱਸਣੀ ਹੈ ਮੈਂ ਹਰ ਚੀਜ਼। ਸੋ ਹਰ ਟਾਈਮ ਮੈਂ ਸ਼ਾਇਦ ਤੁਹਾਨੂੰ ਨਾ ਦੇਖ ਸਕਾਂ ਪਰ ਮੇਰੀ ਗੱਲ ਨੂੰ ਧਿਆਨ ਨਾਲ ਜ਼ਰੂਰ ਸੁਣੀ ਜਾਓ। ਨਾਓ ਕਿਹੜੇ ਫੰਡ ਅਸੈਪਟੇਬਲ ਨਹੀਂ ਹੈ। ਸਭ ਤੋਂ ਪਹਿਲੀ ਲਾਈਨ ਹੈ ਜੀ ਐਪਲੀਕੈਂਟ ਇਜ਼ ਰਿਲਾਈਂਗ ਔਨ ਐਨ ਓਵਰਡਰਾਫਟ। ਸੋ ਜਿਨ੍ਹਾਂ ਨੇ OD ਬਣਾਈਆਂ ਹੋਈਆਂ ਨੇ, ਜਿਨ੍ਹਾਂ ਨੇ FD ਦੇ ਅਗੇਂਸਟ ਲੋਨ ਲੈਟਰਾਂ ਲਈਆਂ ਹੋਈਆਂ ਨੇ, ਸਭ ਤੋਂ ਪਹਿਲਾ ਪ੍ਰੋਬਲਮ ਉਹਨਾਂ ਲਈ ਉਹ ਨਹੀਂ ਚੱਲਣਗੇ ਫੰਡ। ਹੁਣ ਤੁਹਾਡੀ ਫਾਈਲ ਪੁਰਾਣੇ ਰੂਲ 'ਚ ਲੱਗੀ ਹੈ, ਮੇਬੀ ਤੁਸੀਂ ਬਚ ਕੇ ਨਿਕਲ ਆਓ ਔਰ ਉਹਦੇ 'ਚ ਇੰਟਰਵਿਊ 'ਚ ਤੁਹਾਨੂੰ ਪੁੱਛ ਸਕਦੇ ਆ, ਔਰ ਨਵੇਂ ਦੇ ਵਿੱਚ ਤਾਂ ਭੁੱਲ ਕੇ ਵੀ ਹੁਣ FD ਅਗੇਂਸਟ ਅਗਰ ਕੋਈ ਲੋਨ ਲੈਟਰ ਲੈ ਕੇ ਫਾਈਲ ਲਾਉਣ ਜਾ ਰਿਹਾ ਉਹਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀਰੇ ਅਗਲਾ ਇਨਟੇਕ ਲੈ ਲਾ, ਸਬਰ ਕਰ ਲਾ, ਫਾਈਲ ਨਾ ਫੰਡ ਨੂੰ ਪੁਰਾਣੇ ਕਰੋ ਫਿਰ ਹੀ। ਸੈਕੰਡ ਉਹ ਵੀ ਫੰਡ ਅਸੈਪਟੇਬਲ ਨਹੀਂ ਗੇ ਜਿਹੜੇ ਫੰਡਾਂ ਦਾ ਕੋਈ ਇਲੈਕਟ੍ਰੋਨਿਕ ਰਿਕਾਰਡ ਉਹ ਸੰਸਥਾ ਨਹੀਂ ਰੱਖਦੀ ਜਿੱਥੋਂ ਤੁਸੀਂ ਉਹ ਫੰਡ ਲਏ। ਸੋ ਨਾਰਮਲੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦਾ ਰਿਕਾਰਡ ਸਿਰਫ ਜਿਹੜੇ ਬੈਂਕ ਆ ਉਹ ਰੱਖਦੇ ਹੁੰਦੇ ਨੇ, ਇਹਦੇ ਵਿੱਚ ਕੋਆਪਰੇਟਿਵ ਬੈਂਕ ਵੀ ਨਹੀਂ ਆਉਂਦੇ। ਸੋ ਜਿਨ੍ਹਾਂ ਕੋਲ ਇਲੈਕਟ੍ਰੋਨਿਕ ਰਿਕਾਰਡ ਨਹੀਂ ਗਾ ਜਿਹੜੇ ਬੈਂਕਾਂ ਕੋਲ, ਉਹਨਾਂ ਬੈਂਕਾਂ ਦੇ ਵੀ ਫੰਡ ਇੱਥੇ ਅਸੈਪਟੇਬਲ ਨਹੀਂ ਹੈਗੇ। ਸੋ ਉਸ ਤੋਂ ਬਾਅਦ ਕੀ ਆ ਜਾਂਦਾ ਅਕਾਊਂਟ ਡਜ਼ ਨਾਟ ਹੈਵ ਅ ਕੰਟਰੋਲ। ਸੋ ਜਿੱਥੇ ਅਕਾਊਂਟ ਹੋਲਡਰ ਦਾ ਪੂਰਾ ਕੰਟਰੋਲ ਪੈਸੇ ਤੇ ਨਹੀਂ ਗਾ ਉਹ ਵੀ ਫੰਡ ਨਹੀਂ ਹੁੰਦੇ। ਹੁਣ ਤੁਸੀਂ ਕਹੋਗੇ ਜੀ ਇਦਾਂ ਦੇ ਕਿਹੜੇ ਫੰਡ ਹੁੰਦੇ ਆ, ਸੋ ਮੈਂ ਦੱਸ ਦਿੰਦਾ ਇਦਾਂ ਦੇ ਹੁੰਦੇ ਆ ਜੀ ਬੌਂਡਸ। ਇੱਕ ਲੀਗਲ ਬੌਂਡ ਹੁੰਦੇ ਨੇ ਜਿਹਦੇ ਵਿੱਚ ਗਵਰਨਮੈਂਟ ਤੁਹਾਨੂੰ ਬੈਂਕ ਇੰਟਰਸਟ ਜ਼ਿਆਦਾ ਦਿੰਦੀ ਹੈ, ਲੇਕਿਨ ਉਹ ਤੁਹਾਡੇ ਨਾਲ ਜਿਹੜਾ ਬੌਂਡ ਹੈ 3 ਸਾਲ ਦਾ ਜਾਂ 5 ਸਾਲ ਦਾ ਕਰਦੀ ਹੈ, ਜਿਹਦੇ ਵਿੱਚ ਉਹ ਪੈਸਾ ਹੁੰਦਾ ਤੁਹਾਡੇ ਨਾਮ ਤੇ ਹੈ ਪਰ ਤੁਸੀਂ ਉਹਨੂੰ ਕਢਾ ਨਹੀਂ ਸਕਦੇ, ਤੁਸੀਂ ਸਿਰਫ ਉਹਦਾ ਵਿਆਜ ਕਢਾ ਸਕਦੇ ਆ। ਸੋ ਇਦਾਂ ਦੀਆਂ ਕਈ ਹੋਰ ਗਵਰਨਮੈਂਟ ਸਕੀਮਾਂ 'ਚ ਲੋਕਾਂ ਨੇ ਪੈਸਾ ਲਾਇਆ ਹੁੰਦਾ। ਸੋ ਉਹ ਜਿਹੜਾ ਪੈਸਾ ਹੈ ਉਹ ਵੀ ਅਸੈਪਟੇਬਲ ਨਹੀਂ ਗਾ ਕਿਉਂਕਿ ਉਹ ਤੁਹਾਡੇ ਇਮੀਡੀਏਟ ਐਕਸੈਸ ਦੇ ਵਿੱਚ ਨਹੀਂ ਹੈਗਾ। ਜਿਹੜਾ ਵੀ ਪੈਸਾ ਤੁਹਾਡੇ ਇਮੀਡੀਏਟ ਐਕਸੈਸ 'ਚ ਨਹੀਂ ਹੋਊਗਾ ਉਹ ਅਨਅਸੈਪਟੇਬਲ ਹੈ। ਸੋ ਇਸ ਤੋਂ ਇਲਾਵਾ ਹੋਰ ਵੀ ਜੇ ਤੁਹਾਡੇ ਕੋਈ ਪੈਸੇ ਸ਼ੇਅਰ ਹੋਲਡਿੰਗ 'ਚ ਲੱਗੇ ਹੋਏ ਨੇ ਜਾਂ ਕ੍ਰੈਡਿਟ ਕਾਰਡ ਹੈ ਜਾਂ ਹੋਰ ਚੀਜ਼ਾਂ ਨੇ ਜਿਨ੍ਹਾਂ ਦਾ ਤੁਹਾਡੇ ਜਿਹੜੇ ਪੈਸੇ ਤੇ ਤੁਹਾਡਾ ਪੂਰੀ ਤਰ੍ਹਾਂ ਹੱਕ ਨਹੀਂ ਹੈਗਾ, ਸੋ ਡੈਫੀਨੇਟਲੀ ਉਹ ਵੀ ਪੈਸੇ ਇਸ ਲਿਮਿਟ ਦੇ ਵਿੱਚ ਨਹੀਂ ਹੁੰਦੇ, ਤੁਸੀਂ ਉਹ ਵੀ ਫੰਡ ਨਹੀਂ ਦਿਖਾ ਸਕਦੇ। ਸੋ ਸਿੰਪਲ ਭਾਸ਼ਾ 'ਚ ਲੋਨ ਨਹੀਂ ਚੱਲੂਗਾ, ਬੌਂਡਸ ਨਹੀਂ ਚੱਲਣਗੇ ਔਰ ਉਹ ਬੈਂਕ ਨਹੀਂ ਚੱਲਣਗੇ ਜਿਨ੍ਹਾਂ ਦਾ ਇਲੈਕਟ੍ਰੋਨਿਕ ਸਿਸਟਮ ਨਹੀਂ ਹੈ। ਨਾਓ ਕਿਹੜੇ ਫੰਡ ਅਸੈਪਟੇਬਲ ਹੈ, ਸੋ ਆਹ ਚੀਜ਼ ਨੂੰ ਸਮਝੋ। ਇੱਥੇ ਉਸ ਫੰਡ ਅਸੈਪਟੇਬਲ ਨੇ ਉਹਨਾਂ ਇੰਸਟੀਟਿਊਟਸ ਤੋਂ ਜਿਹੜੇ ਇਲੈਕਟ੍ਰੋਨਿਕ ਰਿਕਾਰਡ ਰੱਖਦੇ ਆ ਔਰ ਤੁਹਾਡੀ ਕੰਟਰੀ ਦਾ ਜਿਹੜਾ ਮੇਨ ਬੈਂਕ ਹੈ ਰਿਜ਼ਰਵ ਬੈਂਕ, ਉਹਨਾਂ ਦੀ ਰੈਗੂਲੇਸ਼ਨ ਦੇ ਅੰਦਰ ਹੁੰਦੇ ਆ। ਸੋ ਉਹ ਮੋਟੀ ਭਾਸ਼ਾ 'ਚ ਆਪਾਂ ਕਹਿ ਦਈਏ ਕਿ ਉਹ ਸਿਰਫ ਬੈਂਕ ਨੇ। ਉਹਦੇ ਆਪਣੇ ਪੋਸਟ ਆਫਿਸ ਵੀ ਆ, ਉਹਨਾਂ 'ਚ ਵੀ ਖਾਤੇ ਹੁੰਦੇ ਆ ਪਰ ਉਹ ਇਲੈਕਟ੍ਰੋਨਿਕ ਰਿਕਾਰਡ ਨਹੀਂ ਗਾ। ਕੋਆਪਰੇਟਿਵ ਬੈਂਕ ਵੀ ਹੁੰਦੇ ਆ ਪਰ ਉਹ ਵੀ ਇਲੈਕਟ੍ਰੋਨਿਕ ਰਿਕਾਰਡ ਨਹੀਂ ਗਾ। ਸੋ ਉਹ ਨਹੀਂ। ਸੋ ਜਿਹੜੇ ਨਾਰਮਲ ਸੇਵ ਹੁਣ ਅਕਾਊਂਟ ਕਿਹੜੇ ਚੱਲ ਸਕਦੇ, ਇਹ ਬੜੀ ਕੰਮ ਦੀ ਚੀਜ਼ ਹੈ, ਇਹਦੇ 'ਚ ਕਈ ਬੱਚਿਆਂ ਦਾ ਫਾਇਦਾ ਵੀ ਹੋਣਾ। ਸੋ ਪਹਿਲਾਂ ਸਿਰਫ ਆਪਾਂ ਸੇਵਿੰਗ ਅਕਾਊਂਟ ਦੇ ਵਿੱਚ ਫੰਡ ਦਿਖਾ ਸਕਦੇ ਹੁੰਦੇ ਸੀ 28 ਦਿਨ ਪੁਰਾਣੇ। ਉਹੀ ਸਿਸਟਮ ਹੋਣਾ ਔਰ ਉਹਨੂੰ ਹੀ ਲੈ ਕੇ ਚੱਲਿਓ। ਪਹਿਲੀ ਚੀਜ਼ ਮੈਂ ਵੀ ਕਹੂੰਗਾ। ਸੈਕੰਡਲੀ ਜਿਹੜੀ ਤੁਸੀਂ ਲੈਟਰ ਲਾਉਣੀ ਆ ਬੈਂਕ ਨਾਲ ਉਹ ਤੁਹਾਡੇ ਪੈਸੇ ਤੋਂ 31 ਦਿਨ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਔਰ ਉਹਦੇ ਵਿੱਚ ਫੰਡ ਜਿਹੜੇ ਉਹ 28 ਦਿਨ ਪੁਰਾਣੇ ਹੋਣੇ ਚਾਹੀਦੇ। ਮਤਲਬ ਜਿਹੜੀ ਲੈਟਰ ਹੈ ਤੁਸੀਂ
28 ਔਰ 31 ਦਿਨਾਂ ਦੇ ਵਿੱਚ ਮਤਲਬ ਜਿੱਦਣ ਫੰਡ ਤੁਹਾਡੇ 28 ਦਿਨ ਹੁੰਦੇ ਆ ਜਾਂ ਜਿੱਦਣ ਵੀ ਤੁਸੀਂ ਉਹ 28 ਦਿਨ ਦਾ ਲੈਟਰ ਲੈਂਦੇ ਹੋ ਉਹਦੇ ਹਿਸਾਬ ਨਾਲ ਉਹ ਡੇਟ ਨੂੰ ਮੈਚ ਕੀਤਾ ਜਾਏਗਾ। ਨਾ ਹੁਣ ਕਿਹੜੇ ਅਕਾਊਂਟ ਅਸੈਪਟੇਬਲ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ। ਸੇਵਿੰਗ ਅਕਾਊਂਟ ਜੋ ਕਿ ਆਪਾਂ ਨਾਰਮਲੀ ਕਰਦੇ ਸੀ ਉਹ ਚੱਲੇਗਾ। ਇਸ ਤੋਂ ਇਲਾਵਾ ਹੁਣ ਕਰੰਟ ਅਕਾਊਂਟ ਵੀ ਚੱਲੇਗਾ। ਸੋ ਮਤਲਬ ਕਿਸੇ ਦਾ ਕੋਈ ਬਿਜ਼ਨਸ ਹੈ ਉਹਦੇ ਉਸ ਬਿਜ਼ਨਸ ਅਕਾਊਂਟ 'ਚ ਪੈਸੇ ਪਏ 28 ਦਿਨ ਪੁਰਾਣੇ ਤਾਂ ਉਹ ਵੀ ਅਸੈਪਟੇਬਲ ਹੈਗੇ ਨੇ। ਔਰ ਜੇ ਪੈਨਸ਼ਨ ਅਕਾਊਂਟ ਹੈ, ਨਾਰਮਲ ਪੈਨਸ਼ਨ ਅਕਾਊਂਟ ਜਿਹਦੇ 'ਚ ਜਸਟ ਪੈਨਸ਼ਨ ਆ ਰਹੀ ਹੈ ਔਰ ਜਿਹਦੇ 'ਚ ਤੁਸੀਂ ਇਮੀਡੀਏਟ ਵਿਡਰਾਅ ਨਹੀਂ ਕਰ ਸਕਦੇ ਉਹ ਵਾਲੀ ਨਹੀਂ, ਪਰ ਜੇ ਕਿਸੇ ਦੇ ਪੈਨਸ਼ਨ ਅਕਾਊਂਟ ਦੇ ਵਿੱਚ ਕੋਈ ਡਿਪੋਜ਼ਿਟ ਪਿਆ ਔਰ ਉਹ ਇਲੈਕਟ੍ਰੋਨਿਕ ਸਿਸਟਮ ਉਸ ਬੈਂਕ ਦਾ ਹੈਗਾ ਤਾਂ ਦੈਨ ਯੈਸ ਉਹ ਫੰਡ ਅਸੈਪਟੇਬਲ ਹੋ ਸਕਦੇ ਆ। ਇਸ ਤੋਂ ਇਲਾਵਾ ਜ਼ਿਆਦਾ ਫੰਡ ਇਹਦੇ 'ਚ ਅਸੈਪਟੇਬਲ ਨਹੀਂ ਹੋ ਸਕਦੇ। ਹੁਣ ਜਿਹੜਾ ਤੁਸੀਂ ਡਾਕੂਮੈਂਟ ਉੱਥੇ ਫੰਡਸ ਦੇ ਤੌਰ ਤੇ ਦੇਣਾ ਹੈ ਉਹਦੇ ਕੁਝ ਨੋਰਮਸ ਨੇ ਜਿਹੜੇ ਤੁਸੀਂ ਫੋਲੋ ਕਰਨੇ ਆ। ਪਹਿਲੀ ਚੀਜ਼ ਆ ਕਿ ਜਿਹੜੀ ਸਟੇਟਮੈਂਟ ਨਿਕਲੇ ਉਹ ਜਾਂ ਤਾਂ ਬੈਂਕ ਦੇ ਆਫੀਸ਼ੀਅਲ ਸਟੇਸ਼ਨਰੀ ਤੇ ਹੋਣੀ ਚਾਹੀਦੀ ਹੈ, ਮਤਲਬ ਲੈਟਰ ਹੈਡ ਤੇ ਹੋਣੀ ਚਾਹੀਦੀ ਹੈ, ਔਰ ਜਾਂ ਉਹ ਇਲੈਕਟ੍ਰੋਨਿਕ ਰਿਕਾਰਡ ਹੋਣਾ ਚਾਹੀਦਾ ਜਿਹਨੂੰ ਆਪਾਂ ਕਹਿੰਦੇ ਆ ਕਿ ਬੈਂਕ ਦੀ ਈ ਸਟੇਟਮੈਂਟ ਆਪਾਂ ਡਾਊਨਲੋਡ ਕਰੀਦੀ ਹੈ ਉਹ ਚੀਜ਼। ਉਸ ਤੋਂ ਇਲਾਵਾ ਉਸ ਲੈਟਰ ਦੇ ਉੱਤੇ ਕਿਹੜੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਨੇ, ਉਹਦੇ ਉੱਤੇ ਅਕਾਊਂਟ ਹੋਲਡਰ ਦੀ ਡਿਟੇਲ ਹੋਣੀ ਜ਼ਰੂਰੀ ਹੈ, ਉਹਦੇ ਉੱਪਰ 28 ਦਿਨ ਮੈਂਸ਼ਨ ਹੋਣਾ ਜ਼ਰੂਰੀ ਹੈ ਕਿ ਫੰਡ ਜਿਹੜੇ ਆ ਉਹ 28 ਦਿਨ ਪੁਰਾਣੇ ਹੈਗੇ ਨੇ। ਸੋ ਇਹ ਜ਼ਰੂਰ ਇਸ ਚੀਜ਼ ਸਟਰੋਂਗਲੀ ਮੈਂਸ਼ਨ ਹੋਣੀ ਜ਼ਰੂਰੀ ਹੈ। ਬ੍ਰਾਂਚ ਦਾ ਜਿਹੜੀ ਬ੍ਰਾਂਚ ਦਾ ਤੁਹਾਡਾ ਖਾਤਾ ਹੈ ਉਸ ਦਾ ਬ੍ਰਾਂਚ ਕੋਡ ਉਹਦੇ ਤੇ ਲਿਖਿਆ ਹੋਣਾ ਜ਼ਰੂਰੀ ਹੈ। ਸੋ ਆ ਵੀ ਇੱਕ ਮੈਂਡੇਟਰੀ ਚੀਜ਼ ਹੈ ਨਵੇਂ ਸਿਸਟਮ ਦੇ ਵਿੱਚ। ਔਰ ਡੇਟਸ ਕਿੱਦਣ ਉਹ ਸਟੇਟਮੈਂਟ ਇਸ਼ੂ ਹੋਈ ਹੈ ਉਹਦੀ ਡੇਟ, ਕਿੰਨੀ ਤਰੀਕ ਤੋਂ ਕਿੰਨੀ ਤਰੀਕ ਦਾ ਤੁਸੀਂ ਬੈਲੈਂਸ ਦਿਖਾ ਰਹੇ ਹੋ ਉਹ ਡੇਟਾਂ ਦੇ ਬਾਈ ਡਿਫਾਲਟ ਉਹਦੇ ਵਿੱਚ ਆਉਣਗੀਆਂ। ਔਰ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਮਿਨੀ ਸਟੇਟਮੈਂਟ ATM ਚੋਂ ਕਢਾਉਂਦੇ ਹੋ ਤਾਂ ਉਹ ਨਹੀਂ ਚੱਲੇਗੀ। ਸੋ ਕਿਸੇ ਨੂੰ ਕੋਈ ਭੁਲੇਖਾ ਹੋਵੇ ਕਿ ਮੈਂ ATM ਚੋਂ ਸਟੇਟਮੈਂਟ ਕਢਾ ਲਾਂ, ਸੋ ਕਈ ਵਾਰੀ ਇਦਾਂ ਦੀ ਵੀ ਲੋਕ ਗਲਤੀ ਕਰ ਦਿੰਦੇ ਆ, ਸੋ ਉਹ ਨਹੀਂ ਚੱਲਣਗੀਆਂ। ਸੋ ਇਹਦੇ ਵਿੱਚ ਮੈਂ ਚੀਜ਼ਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਜੀ ਤੁਹਾਨੂੰ ਵੱਧ ਤੋਂ ਵੱਧ ਕੀਤੀ ਹੈ। ਬਾਕੀ ਇਹ ਨੋਰਮਸ ਨੇ, ਇਹਦੀ ਗਾਈਡਲਾਈਨ ਦਾ ਲਿੰਕ ਮੈਂ ਥੱਲੇ ਸ਼ੋਅ 'ਚ ਜ਼ਰੂਰ ਦਊਂਗਾ। ਤੁਸੀਂ ਇਹਦੇ ਪੇਜ ਨੰਬਰ 46 ਤੇ 47 ਤੇ ਜਾ ਕੇ ਆਪਣੀਆਂ ਡਿਟੇਲਸ ਨੂੰ ਫੰਡਸ ਨੂੰ ਲੈ ਕੇ ਜਿਹੜੀਆਂ ਆਈਆਂ ਨੇ ਉਹਨਾਂ ਨੂੰ ਕਲੀਅਰਲੀ ਖੁਦ ਪੜ੍ਹ ਸਕੋ। ਸੋ ਸਾਡਾ ਮਕਸਦ ਤੁਹਾਨੂੰ ਨੌਲੇਜਡ ਕਰਨਾ, ਇਨਫੋਰਮਡ ਕਰਨਾ ਹੈ, ਕਿਉਂਕਿ ਬਹੁਤ ਸਾਰੇ ਬੱਚੇ ਲੋਨ ਲੈਟਰਾਂ ਤੇ ਲਾ ਰਹੇ ਨੇ ਫਾਈਲਾਂ। ਮੇਰੀ ਹੱਥ ਜੋੜ ਕੇ ਬੇਨਤੀ ਨਾ ਕਰਿਓ ਇਹ ਕੰਮ। ਬ੍ਰੌਡਵੇ ਨੇ ਜਦੋਂ ਦਾ UK ਸ਼ੁਰੂ ਹੋਇਆ ਇੱਕ ਵੀ ਕੇਸ ਅਸੀਂ ਲੋਨ ਲੈਟਰ ਤੇ ਨਹੀਂ ਲਾਇਆ। ਅਸੀਂ ਕਲਾਇੰਟ ਨੂੰ ਸਿਰਫ ਸਹੀ ਰਸਤਾ ਦਿਖਾਉਣ ਦਾ ਕੰਮ ਕਰਦੇ ਹਾਂ। ਬੇਸ਼ੱਕ ਉਹਦਾ ਇੱਕ ਇਨਟੇਕ ਅੱਗੇ ਪਿੱਛੇ ਹੁੰਦਾ ਪਰ ਗਲਤ ਰਸਤੇ ਤੇ ਉਹਨੂੰ ਗਾਈਡ ਕਰਨ ਦੀ ਕਦੀ ਵੀ ਸਾਡੀ ਕੋਸ਼ਿਸ਼ ਨਹੀਂ ਹੁੰਦੀ। ਸੋ ਤੁਹਾਨੂੰ ਵੀ ਐਡਵਾਈਸ ਆ ਰਹੂਗੀ ਕਿ ਗਲਤ ਰਸਤੇ ਤੇ ਨਾ ਚੱਲੋ। ਜਦੋਂ UK ਜਾਣ ਲਈ ਤੁਸੀਂ 15 ਲੱਖ ਲਾ ਰਹੇ ਹੋ, 14 ਲੱਖ ਲਾ ਰਹੇ ਹੋ, ਫਿਰ ਇਹ ਲੋਨ ਲੈਟਰਾਂ ਲਾ ਕੇ ਆਪਣਾ ਭਵਿੱਖ ਖਰਾਬ ਨਾ ਕਰੋ। ਅੱਜ ਦੇ ਲਈ ਇੰਨਾ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਜ਼ਿਆਦਾ ਸਮਾਂ ਤੁਹਾਡਾ ਮੈਂ ਸਟਾਰਟਿੰਗ 'ਚ ਨਹੀਂ ਲਊਂਗਾ, ਸਿਰਫ 1 ਮਿੰਟ ਦਾ ਵੀਡੀਓ ਰਹੇਗਾ। 30 ਸੈਕਿੰਡ ਦੀਆਂ 2 ਇੰਪੋਰਟੈਂਟ ਗੱਲਾਂ ਦੱਸਣੀਆਂ ਚਾਹੂੰਗਾ। ਸਭ ਤੋਂ ਪਹਿਲਾਂ ਵੱਧ ਰਹੀ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਆਨਲਾਈਨ ਯੂਟੀਲਾਈਜ਼ ਕਰੋ ਪਰਸਨਲ ਲਾਈਫ ਦੇ ਵਿੱਚ। ਸੋ ਬ੍ਰੌਡਵੇ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਵੀ ਆਨਲਾਈਨ ਸਰਵਿਸਿਜ਼ ਅਸਿਸਟ ਕਰ ਰਹੀ ਹੈ। ਤੁਸੀਂ ਸਾਡੀ ਵੈਬਸਾਈਟ ਤੇ ਜਾਓ broadwaystudy.com, ਬੁੱਕ ਯੋਰ ਕਾਉਂਸਲਿੰਗ ਦਾ ਫਾਰਮ ਭਰੋ ਔਰ 24 ਘੰਟੇ ਦੇ ਵਿੱਚ ਸਾਡੀ ਟੀਮ ਤੁਹਾਨੂੰ ਵੀਡੀਓ ਕਾਲ ਤੇ ਕਨੈਕਟ ਹੋਏਗੀ। ਤੁਸੀਂ ਆਪਣਾ ਪੂਰਾ ਪ੍ਰੋਫਾਈਲ ਡਿਸਕਸ ਕਰਕੇ ਘਰੇ ਬੈਠੇ ਆਪਣੇ ਕੇਸ ਨੂੰ ਇਨਰੋਲਡ ਕਰਕੇ ਚਲਾ ਸਕੋਗੇ ਔਰ ਬ੍ਰੌਡਵੇ ਤੁਹਾਨੂੰ ਵੀਜ਼ਾ ਤੱਕ ਦੀ ਸਾਰੀ ਸਰਵਿਸ ਆਨਲਾਈਨ ਘਰੇ ਬੈਠੇ ਦੇਗੀ। ਇਸ ਤੋਂ ਇਲਾਵਾ ਜਿਹੜੇ ਬੱਚੇ IELTS, PT, ਡਿਊਲਿੰਗੋ ਦੀਆਂ ਕੋਚਿੰਗ ਲੈਣਾ ਚਾਹੁੰਦੇ ਆ ਉਹਨਾਂ ਲਈ ਅਸੀਂ ਸਪੈਸ਼ਲ ਕਲਾਸਿਸ ਸਟਾਰਟ ਕੀਤੀਆਂ ਨੇ ਜਿਹਦੇ ਵਿੱਚ 1 ਟੀਚਰ 3 ਸਟੂਡੈਂਟ ਔਰ 1 ਘੰਟੇ ਦੀ ਡੈਡੀਕੇਟਿਡ ਕਲਾਸ ਹੋਏਗੀ। ਉਹਦੇ ਨਾਲ ਅਰਾਊਂਡ 12 ਤੋਂ 13 ਘੰਟੇ ਤੁਹਾਨੂੰ ਇੱਕ WhatsApp ਨੰਬਰ ਦਿੱਤਾ ਜਾਏਗਾ, ਆਵਰਸ ਉਹਦੇ ਦੱਸੇ ਜਾਣਗੇ ਜਿਹਦੇ ਵਿੱਚ ਤੁਸੀਂ ਆਪਣੇ ਕੋਈ ਵੀ ਕੁਐਸਚਨ, ਡਾਊਟਸ ਡਿਊਰਿੰਗ ਦਾ ਪ੍ਰੈਕਟਿਸ ਜਿਹੜੀ ਤੁਸੀਂ ਘਰੇ ਕਰਦੇ ਹੋ ਉਹ ਪੁੱਛ ਸਕੋ। ਟੀਮ ਨਾਲ ਕਨੈਕਟ ਕਰੋ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।